बड़ी मजबूती नाल जुड़ी हुई आ वो है करतारपुर दे विच नानक साहब दा हल वाउणा। तो वो हल जिहड़ा है वो जिस जमीन नाल जुड़िया होया उसे जमीन दी अज गल चल रही है ते उसे जमीन नूं खोह के ते पूंजीपतियां दा भाव के मैं गुरु नानक साहब वाल ही इशारा कर दिना। सतगुरु गुरु नानक साहब ने भाई लालो नूं जिहड़ा उपदेश दिता सी कि गरीबां दा खोह के ते मुड़ के लंगर ला के गल कहना कि मैं बहुत दानी सज्जण आ, इहदे नालों चंगा इह है कि तूं लालो बन जा। ਪਹਿਲਾਂ ਉਹ ਹੌਲਾ ਹੌਲਾ ਉਹਨਾਂ ਨੇ ਹੱਥ ਪਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਹੱਥ ਜਿਹੜਾ ਉਹ ਟਾਈਟ ਕਰਤਾ। ਹੁਣ ਤਾਂ ਉਹ ਹੱਥ ਟਾਈਟ ਕੀਤਾ ਹੈ ਕਿਰਤੀ ਦੇ ਦੁਆਲੇ, ਤੇ ਜੇਕਰ ਕਿਰਤੀ ਮਰ ਗਿਆ ਜਾਂ ਕਿਰਤ ਮਰ ਗਈ ਤੇ ਇਹਦਾ ਮਤਲਬ ਹੈਗਾ ਕਿ ਤੁਸੀਂ ਸਿੱਧੇ ਤੌਰ ਤੇ ਗੁਲਾਮ ਹੋ ਗਏ ਆ। ਕਿਸਾਨ ਆਪਣੇ ਹੱਕ ਜਿੱਦਾਂ ਪਾਣੀ ਹੋ ਗਿਆ, ਪੰਜਾਬ ਦੀ ਹਿੱਕ ਦੇ ਉੱਤੋਂ ਲੰਘਾ ਕੇ ਪਾਣੀ ਅਸੀਂ ਵੇਚਤਾ, ਬਾਹਰ ਜਾ ਕੇ ਵੇਚਤਾ, ਪੰਜਾਬ ਦੇ ਹੱਕ ਵੇਚਤੇ। ਉਹ ਸਾਰੀਆਂ ਚੀਜ਼ਾਂ ਜਦੋਂ ਟੇਬਲ ਤੇ ਜਾ ਕੇ ਫਾਈਲ ਡਿੱਗੇਗੀ ਨਾ ਉਹ ਸੁੱਟ ਸਕਦਾ ਆ ਜਿਹੜਾ ਇੱਕ ਦੂਜੇ ਦੇ ਵਿਰੋਧੀ ਹੈ। ਜਿਹੜੇ ਹੈ ਹੀ ਪਹਿਲਾਂ ਯਾਰ ਹੁਣ ਰਾਹੁਲ ਗਾਂਧੀ ਹੈ, ਰਾਹੁਲ ਗਾਂਧੀ ਹੋਣਾ ਨੇ ਕਿਹੜਾ ਨਹੀਂ ਲੁੱਟਿਆ। ਅਸੀਂ ਕਿਸੇ ਕੁੱਤੇ ਨੂੰ ਰਾਜ ਤੇ ਬਿਠਾਉਂਦੇ ਆ ਤੇ ਉਦੋਂ ਉਹ ਚੱਕੀ ਚੱਟਦਾ, ਭਾਵ ਕਿ ਉਹਨੇ ਆਪਣੀ ਔਕਾਤ ਨਹੀਂ ਛੱਡਣੀ। ਇਸ ਲਾਈਨ ਦਾ ਮਤਲਬ ਇਹ ਹੈ ਉਹ ਆਪਣੀ ਔਕਾਤ ਨਹੀਂ ਛੱਡ ਸਕਦਾ। ਮੈਨੂੰ ਪਤਾ ਕਮਿਊਨਿਸਟ ਕੁਝ ਵੀਰ ਹੈਗੇ ਆ ਜਿਹੜੇ ਲਗਾਤਾਰ ਪਿਛਲੇ 10 ਦਿਨ ਤੋਂ ਪੋਸਟਾਂ ਪਾ ਰਹੇ, ਹੁਣ ਕਿੱਧਰ ਗਏ ਰਾਗੀ, ਹੁਣ ਕਿੱਧਰ ਗਏ ਕੀਰਤਨੀਏ। ਤੇ ਮੈਂ ਉਹਨਾਂ ਵੀਰਾਂ ਨੂੰ ਇੱਕ ਜਵਾਬ ਦੇਣਾ ਚਾਹੁੰਦਾ ਵੀ ਤੁਹਾਡੇ ਕੋਲੋਂ ਸੁਣਿਆ ਨਹੀਂ ਜਾਣਾ। ਪੰਗਾ ਇਹ ਹੈ। ਉਸ ਤੋਂ ਬਾਅਦ ਗਾਣਿਆਂ ਦੇ ਵਿੱਚ ਰੱਜ ਕੇ ਜੱਟ ਨੂੰ ਭੰਡਣਾ, ਫਿਰ ਜੱਟ ਗੋਲੀ ਚਲਾ ਦਿੰਦਾ, ਜੱਟ ਇੱਦਾਂ ਕਰ ਦਿੰਦਾ। ਵੀ ਜੀ ਮਸਲਾ ਇਹ ਹੈਗਾ ਵੀ ਪਹਿਲਾਂ ਅਸੀਂ ਇਖਲਾਕੀ ਤੌਰ ਤੇ ਪੰਜਾਬੀਅਤ ਨੂੰ ਇੰਨਾ ਮਰਜ ਕਰ ਚੁੱਕੇ ਹਾਂ ਅਸ਼ਲੀਲਤਾ ਦੇ ਵਿੱਚ। ਹੁਣ ਜਦੋਂ ਅਸੀਂ ਹੱਕ ਦਾ ਹਾ ਦਾ ਨਾਰਾ ਮਾਰਾਂਗੇ ਨਾ ਤੇ ਸਾਡੇ ਤੇ ਪਹਿਲਾ ਸਵਾਲ ਇਹ ਖੜਾ ਹੋਣਾ ਵੀ ਭਾਈ ਸਰਕਾਰ ਨਾਲੋਂ ਜ਼ਿਆਦਾ ਨੁਕਸਾਨ ਤਾਂ ਤੁਸੀਂ ਗਾਣਿਆਂ 'ਚ ਕੀਤਾ। ਇਸ ਵਕਤ ਮੌਜੂਦ ਆ ਸ਼ੰਭੂ ਬਾਰਡਰ ਦੇ ਉੱਤੇ, ਜਿੱਥੇ ਕਿ ਧਰਨਾ ਲਗਾਇਆ ਹੋਇਆ ਦੀਪ ਸਿੱਧੂ ਵੱਲੋਂ, ਪੰਜਾਬੀ ਅਦਾਕਾਰ ਦੀਪ ਸਿੱਧੂ ਵੱਲੋਂ ਧਰਨਾ ਲਗਾਇਆ ਹੋਇਆ ਤੇ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਉਹਨਾਂ ਨੇ ਵੱਲੋਂ ਜਿਹੜਾ ਖੁੱਲ੍ਹਾ ਸੱਦਾ ਦਿੱਤਾ ਗਿਆ ਕਿ ਇੱਥੇ ਧਰਨੇ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਹਾਜ਼ਰੀ ਲਵਾਈ ਜਾਵੇ ਤੇ ਜਿਹੜੇ ਆਪਣੇ ਵਿਚਾਰ ਜਿਹੜੇ ਆ ਉਸੇ ਦਿੱਤੇ ਜਾਣ। ਇਸ ਵਕਤ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਵੀਰ ਖੜੇ ਹੋਏ ਨੇ, ਕਾਲੇ ਕੱਪੜੇ ਪਾਏ ਹੋਏ ਨੇ, ਕਾਲੀਆਂ ਪੱਗਾਂ ਬੰਨੀਆਂ ਹੋਏ ਨੇ। ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਥੋਂ ਆਏ ਆ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ ਤੇ ਕਿੱਥੋਂ ਆਏ ਜੀ? ਮੇਰਾ ਨਾਮ ਨਵਜੋਤ ਸਿੰਘ ਹੈ। ਅਸੀਂ ਸ਼ਬਦੇ ਨਾਦ ਸਾਡਾ ਕੀਰਤਨੀ ਜਥਾ ਆ ਤੇ ਜਿੰਨੇ ਵੀ ਤੁਸੀਂ ਸੱਜਣ ਦੇਖ ਰਹੇ ਆ ਸਾਡੇ ਨਾਲ ਵੀਰ ਸਾਰੇ ਇਹ ਰਬਾਬੀ ਸਿੰਘ ਨੇ। ਅਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਵਿਰਾਸਤ ਹੈਗੀ ਆ ਰਬਾਬ ਨਾਲ ਕੀਰਤਨ ਕਰਨਾ, ਅਸੀਂ ਉਹਦੀ ਰੈਵੋਲੂਸ਼ਨ ਵਾਸਤੇ, ਰਬਾਬ ਰੈਵੋਲੂਸ਼ਨ ਵਾਸਤੇ ਕੰਮ ਕਰਦੇ ਹਾਂ। ਤੇ ਰਬਾਬ ਨਾਲ ਇੱਕ ਚੀਜ਼ ਬਹੁਤ ਬੜੀ ਮਜ਼ਬੂਤੀ ਨਾਲ ਜੁੜੀ ਹੋਈ ਆ, ਉਹ ਹੈ ਕਰਤਾਰਪੁਰ ਦੇ ਵਿੱਚ ਨਾਨਕ ਸਾਹਿਬ ਦਾ ਹਲ ਵਾਉਣਾ। ਤੋ ਉਹ ਹਲ ਜਿਹੜਾ ਹੈ ਉਹ ਜਿਸ ਜ਼ਮੀਨ ਨਾਲ ਜੁੜਿਆ ਹੋਇਆ ਉਸੇ ਜ਼ਮੀਨ ਦੀ ਅੱਜ ਗੱਲ ਚੱਲ ਰਹੀ ਹੈ। ਤੇ ਉਸੇ ਜ਼ਮੀਨ ਨੂੰ ਖੋਹ ਕੇ ਤੇ ਪੂੰਜੀਪਤੀਆਂ ਦਾ ਭਾਵ ਕਿ ਮੈਂ ਗੁਰੂ ਨਾਨਕ ਸਾਹਿਬ ਵੱਲ ਹੀ ਇਸ਼ਾਰਾ ਕਰ ਦਿੰਦਾ। ਸਤਗੁਰੂ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਨੂੰ ਜਿਹੜਾ ਉਪਦੇਸ਼ ਦਿੱਤਾ ਸੀ ਕਿ ਗਰੀਬਾਂ ਦਾ ਖੋਹ ਕੇ ਤੇ ਮੁੜ ਕੇ ਲੰਗਰ ਲਾ ਕੇ ਗੱਲ ਕਹਿਣਾ ਕਿ ਮੈਂ ਬਹੁਤ ਦਾਨੀ ਸੱਜਣ ਆ, ਇਹਦੇ ਨਾਲੋਂ ਚੰਗਾ ਇਹ ਹੈ ਕਿ ਤੂੰ ਲਾਲੋ ਬਣ ਜਾ। ਤਾਂ ਉਹ ਉਸੇ ਹੀ ਸੰਘਰਸ਼ ਨੂੰ, ਉਸੇ ਲਾਈਨ ਨੂੰ ਅਸੀਂ ਅੱਗੇ ਤੋਰਨ ਵਾਸਤੇ ਜਿਹੜਾ ਹੈਗਾ ਉਹ ਰਬਾਬ ਨਾਲ ਅੱਜ ਇਸ ਮੋਰਚੇ ਦੇ ਵਿੱਚ ਕੀਰਤਨ ਕਰਾਂਗੇ। ਅਤੇ ਉਹ ਜਿਹੜੇ ਰਾਜੇ ਨੇ ਜਿਨ੍ਹਾਂ ਨੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ, ਜਿਹੜੇ ਸਿੱਧੇ ਪਹਿਲਾਂ ਅਸਿੱਧੇ ਰੂਪ 'ਚ ਹੁੰਦੇ ਸਨ, ਹੁਣ ਉਹ ਸਿੱਧੇ ਰੂਪ 'ਚ ਹੀ ਆ ਗਏ। ਪਹਿਲਾਂ ਉਹ ਹੌਲਾ ਹੌਲਾ ਉਹਨਾਂ ਨੇ ਹੱਥ ਪਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਹੱਥ ਜਿਹੜਾ ਉਹ ਟਾਈਟ ਕਰਤਾ। ਹੁਣ ਤਾਂ ਉਹ ਹੱਥ ਟਾਈਟ ਕੀਤਾ ਹੈ ਕਿਰਤੀ ਦੇ ਦੁਆਲੇ, ਤੇ ਜੇਕਰ ਕਿਰਤੀ ਮਰ ਗਿਆ ਜਾਂ ਕਿਰਤ ਮਰ ਗਈ ਤੇ ਇਹਦਾ ਮਤਲਬ ਹੈਗਾ ਕਿ ਤੁਸੀਂ ਸਿੱਧੇ ਤੌਰ ਤੇ ਗੁਲਾਮ ਹੋ ਗਏ ਆ, ਜਿੱਦਾਂ ਲੋਕ ਪੂੰਜੀਪਤੀਆਂ ਦੇ ਗੁਲਾਮ ਹੁੰਦੇ। ਅਸੀਂ ਅੱਜ ਤੱਕ ਕਿਤਾਬਾਂ ਦੇ ਵਿੱਚ ਪੜ੍ਹਿਆ ਸਾਰਾ ਕੁਝ ਪੂੰਜੀਪਤੀਆਂ ਦੇ ਪ੍ਰਤੀ ਜਿੰਨੀਆਂ ਵੀ ਅਸੀਂ ਅੱਜ ਤੱਕ ਗੁਰਦਾਸ ਜੀ ਨੇ ਲਿਖਿਆ ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਕਾ। ਹਾਂ ਜੀ, ਉਹੀ ਇਸੇ ਨਾਲ ਸੰਬੰਧਿਤ ਆ ਕਿ ਜੇ ਅਸੀਂ ਕਿਸੇ ਕੁੱਤੇ ਨੂੰ ਰਾਜ ਤੇ ਬਿਠਾਉਂਦੇ ਆ ਤੇ ਉਦੋਂ ਉਹ ਚੱਕੀ ਚੱਟਦਾ, ਭਾਵ ਕਿ ਉਹਨੇ ਆਪਣੀ ਔਕਾਤ ਨਹੀਂ ਛੱਡਣੀ। ਇਸ ਲਾਈਨ ਦਾ ਮਤਲਬ ਇਹ ਹੈ ਉਹ ਆਪਣੀ ਔਕਾਤ ਨਹੀਂ ਛੱਡ ਸਕਦਾ। ਜੇ ਉਹਨੂੰ ਤੁਸੀਂ ਰਾਜ ਵੀ ਦੇ ਦੋਗੇ ਨਾ, ਉਹਨੇ ਆਣ ਕੇ ਆਪਣੀ ਔਕਾਤ ਮੁਤਾਬਕ ਚੱਕੀ ਚੱਟਣੀ ਹੈ, ਭਾਵ ਕਿ ਨੀਚ ਕੰਮ ਕਰਨੇ। ਤੋ ਇਸ ਕਰਕੇ ਅਸੀਂ ਇਹ ਤਾਂ ਹੁਣ ਪੰਜਾਬ ਦੇ ਲੋਕ ਵੇਖਣ ਨਾ ਕਿ ਅਸੀਂ ਜਿਨ੍ਹਾਂ ਨੂੰ ਆਪਣੇ ਗੱਦੀਆਂ ਦੇ ਉੱਤੇ ਬਿਠਾ ਕੇ ਬੈਠੇ ਆ, ਵੀ ਅਸੀਂ ਕੁੱਤਿਆਂ ਨੂੰ ਬਿਠਾਇਆ ਤੁਹਾਡੇ ਕਹਿਣ ਮੁਤਾਬਕ, ਜਿੱਦਾਂ ਤੁਸੀਂ ਲਾਈਨ ਬੋਲੀ ਹੈ ਕੁੱਤਾ ਰਾਜ ਭਾਲੀਏ, ਅਸੀਂ ਕੁੱਤਿਆਂ ਨੂੰ ਬਿਠਾਇਆ ਹੋਇਆ ਕਿ ਜਾਂ ਅਸੀਂ ਆਪਣੇ ਹਮਦਰਦਾਂ ਨੂੰ ਬਿਠਾਇਆ। ਤੋ ਤੁਸੀਂ ਕੱਲ੍ਹ ਵੇਖ ਹੀ ਲਿਆ ਵੀ ਜਿੱਦਾਂ ਕੈਪਟਨ ਸਾਹਿਬ ਹੁਣੀ ਆਪ ਤਾਂ ਮਤਲਬ ਮੈਮਰੀ ਫੋਮ ਦੀਆਂ ਲੱਗੀਆਂ ਹੋਈਆਂ ਗੱਦੀਆਂ ਦੀਆਂ ਸੀਟਾਂ ਜਿਹੜੀਆਂ
ਉਹਦੇ ਤੇ ਬੈਠ ਕੇ ਤੇ ਰਾਹੁਲ ਗਾਂਧੀ ਜਿਹੜਾ ਸਪੈਸ਼ਲੀ ਟਰੈਕਟਰ ਦੇ ਉੱਤੇ ਇੱਕ ਜਿਹੜੀਆਂ ਸੀਟਾਂ ਵਾ ਉਹ ਐਡਜਸਟ ਕੀਤੀਆਂ ਗਈਆਂ ਤੇ ਉਹਦੇ ਉੱਤੇ ਮੰਤਰੀ ਸਾਹਿਬ ਧਰਨੇ ਉਹ ਗੇੜਾ ਕੱਢ ਰਹੇ ਆ। ਤੇ ਜਿਹੜਾ ਕਿਸਾਨ ਆ ਉਹ ਜਦੋਂ ਕੱਦੂ ਮਾਰਦਾ ਹੈ, ਜਦੋਂ ਤੁਹਾਨੂੰ ਲੱਗਦਾ ਇਹੋ ਜਿਹੀਆਂ ਟਰੈਕਟਰ ਰੈਲੀਆਂ ਜਿਹੜੀਆਂ ਵਾ ਉਹਨਾਂ ਨਾਲ ਕੋਈ ਇਹ ਸਿਆਸਤ ਚਮਕਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ? ਇਹ ਆਮ ਆਦਮੀ ਪਾਰਟੀ ਵੱਲੋਂ ਟਰੈਕਟਰ ਰੈਲੀ ਕੱਢੀ ਜਾਂਦੀ ਆ, ਸ਼੍ਰੋਮਣੀ ਅਕਾਲੀ ਦਲ ਵੱਲੋਂ ਟਰੈਕਟਰ ਰੈਲੀ ਕੱਢੀ ਜਾਂਦੀ ਆ, ਔਰ ਰਾਹੁਲ ਗਾਂਧੀ 3 ਦਿਨਾਂ ਵਾਸਤੇ ਪੰਜਾਬ ਦੇ ਦੌਰੇ ਤੇ ਟਰੈਕਟਰ ਰੈਲੀ ਕੱਢੀ ਜਾ ਰਹੀ ਆ। ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਜੇ ਕਹਿ ਰਹੇ ਆ ਕਿ ਅਸੀਂ ਪੰਜਾਬ ਅਤੈਸੀਆਂ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਸੇ ਟਰੈਕਟਰ ਰੈਲੀ ਦੇ ਰੂਪ ਦੇ ਵਿੱਚ ਇਹ ਦਿੱਲੀ ਕਿਉਂ ਨਹੀਂ ਜਾਂਦੀਆਂ? ਕਿਉਂਕਿ ਉਹਨਾਂ ਨੂੰ ਪਤਾ ਆ ਕਿ ਅਸੀਂ ਜਦੋਂ ਦਿੱਲੀ ਜਾਵਾਂਗੇ ਤੇ ਸਾਡੇ ਭਾਈ ਬੈਠੇ ਹੋਏ ਆ। ਹੁਣ ਜਦੋਂ ਦਿੱਲੀ ਜਾਣਗੇ ਤੇ ਉੱਥੇ ਅੱਗੇ ਭਾਈ ਵੀ ਤੇ ਉਹਨਾਂ ਦੇ ਬੈਠੇ ਹੋਏ ਨਾ, ਉਹਨਾਂ ਨਾਲ ਜਾ ਕੇ ਟੇਬਲ ਟਾਕ ਕਰਨੀ ਪੈਣੀ। ਤੇ ਟੇਬਲ ਟਾਕ ਉਹ ਬੰਦਾ ਕਰ ਸਕਦਾ ਜਿਹੜਾ ਵਿਰੋਧੀ ਧਿਰ 'ਚ ਹੋਵੇ, ਜਿਹਦਾ ਦਿਲ ਅੰਦਰੋਂ ਬਾਹਰੋਂ ਜਿਹੜਾ ਵਿਰੋਧ 'ਚ ਹੋਵੇ, ਉਹ ਕਰ ਸਕਦਾ ਹੁੰਦਾ ਟੇਬਲ ਟਾਕ। ਜਿੱਦਾਂ ਹੁਣ ਆਹ ਮੋਰਚਾ ਲੱਗਾ, ਮੋਰਚੇ 'ਚ ਬੈਠੇ ਹੋਏ ਵੀਰ ਸੁਹਿਰਦ ਆ, ਉਹਨਾਂ ਨੂੰ ਦਿਸਦਾ ਕਿ ਪੰਜਾਬ ਦਾ ਕਿਸਾਨ ਮਰੇਗਾ। ਉਹ ਜਦੋਂ ਟੇਬਲ ਟਾਕ ਤੇ ਬੈਠਣਗੇ ਨਾ, ਤਾਂ ਇੱਕ ਮੂਵੀ ਅਸੀਂ ਦੇਖੀ ਆ, ਬੜੀ ਪੁਰਾਣੀ ਹੈਗੀ ਆ, ਹਾਲੀਵੁੱਡ ਦੀ ਮੂਵੀ ਹੈ ਉਹਨਾਂ ਨੇ ਦ ਲਾਈਨ ਆਫ ਡਿਜ਼ਰਟ, ਭਾਵ ਕਿ ਰੇਗਿਸਤਾਨ ਦਾ ਜਿਹੜਾ ਹੈਗਾ ਉਹ ਸ਼ੇਰ ਕਿਹਾ ਜਾਂਦਾ ਮੁਖਤਾਰ ਨੂੰ। ਤਾਂ ਮੁਖਤਾਰ ਜਦੋਂ ਇਟਲੀ ਦੀ ਟੀਮ ਦੇ ਨਾਲ ਟੇਬਲ ਟਾਕ ਤੇ ਬੈਠਦਾ ਤਾਂ ਉਹ ਆਪਣੀਆਂ, ਜਿੱਦਾਂ ਅਸੀਂ ਅਨੰਦਪੁਰ ਸਾਹਿਬ ਦਾ ਮਤਾ ਰੱਖਦੇ ਆ ਨਾ ਅੱਗੇ, ਇੱਦਾਂ ਉਹਨੇ ਆਪਣਾ ਮਤਾ ਰੱਖਿਆ ਸੀ ਲੀਬੀਆ ਦੇ ਵਿੱਚ। ਤਾਂ ਲੀਬੀਆ ਦੇ ਵਿੱਚ ਜਦੋਂ ਉਹਨੇ ਮਤਾ ਰੱਖਿਆ ਤੇ ਇਟਲੀ ਵਾਲੇ ਕਹਿੰਦੇ ਇਹ ਤੇ ਅਸੀਂ ਮੰਨ ਹੀ ਨਹੀਂ ਸਕਦੇ, ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਤਾਂ ਉਹ ਟੇਬਲ ਟਾਕ ਤੋਂ ਉੱਠ ਕੇ ਭੱਜ ਗਏ, ਤਾਂ ਉਹਨਾਂ ਨੇ ਆਪਣਾ ਮੋਰਚਾ ਖੋਲ੍ਹ ਦਿੱਤਾ। ਇਹ ਕੁਝ ਇੱਦਾਂ ਦਾ ਆ ਕਿ ਜਦੋਂ ਕਿਸਾਨ ਆਪਣੇ ਹੱਕ, ਜਿੱਦਾਂ ਪਾਣੀ ਹੋ ਗਿਆ, ਪੰਜਾਬ ਦੀ ਹਿੱਕ ਦੇ ਉੱਤੋਂ ਲੰਘਾ ਕੇ ਪਾਣੀ ਅਸੀਂ ਵੇਚਤਾ, ਬਾਹਰ ਜਾ ਕੇ ਵੇਚਤਾ, ਪੰਜਾਬ ਦੇ ਹੱਕ ਵੇਚਤੇ, ਉਹ ਸਾਰੀਆਂ ਚੀਜ਼ਾਂ ਜਦੋਂ ਟੇਬਲ ਤੇ ਜਾ ਕੇ ਫਾਈਲ ਡਿੱਗੇਗੀ ਨਾ, ਉਹ ਸੁੱਟ ਸਕਦਾ ਆ ਜਿਹੜਾ ਇੱਕ ਦੂਜੇ ਦੇ ਵਿਰੋਧੀ ਹੈ। ਜਿਹੜੇ ਹੈ ਹੀ ਪਹਿਲਾਂ ਯਾਰ, ਹੁਣ ਰਾਹੁਲ ਗਾਂਧੀ ਹੈ, ਰਾਹੁਲ ਗਾਂਧੀ ਹੋਣਾ ਨੇ ਕਿਹੜਾ ਨਹੀਂ ਲੁੱਟਿਆ। ਤੇ ਆਮ ਆਦਮੀ ਪਾਰਟੀ ਕਿਹਦੇ ਇਸ਼ਾਰੇ ਤੇ ਪੰਜਾਬ 'ਚ ਆਈ ਹੈ? ਕਿ ਕਿਹੜਾ ਬੰਦਾ ਆ ਜਿਹੜਾ ਦੁਨੀਆ ਦੇ ਚੌਥੇ ਨੰਬਰ ਤੇ ਅਮੀਰ ਆ? ਮੈਂ ਨਾਂ ਨਹੀਂ ਲਾਂਗਾ, ਤੁਸੀਂ ਗੂਗਲ ਸਰਚ ਕਰ ਲੈਣੀ ਸਾਰਿਆਂ ਨੇ। ਦੁਨੀਆ ਦਾ ਚੌਥਾ ਸਭ ਤੋਂ ਵੱਡਾ ਅਮੀਰ ਬੰਦਾ, ਉਹ ਜਦੋਂ ਇਹਦੀ ਪਾਰਟੀ ਨੂੰ ਫੰਡ ਕਰੂਗਾ ਤਾਂ ਉਹ ਪਾਰਟੀ ਜਦੋਂ ਉੱਭਰ ਕੇ ਸਾਹਮਣੇ ਆਏਗੀ ਤੇ ਉਹੀ ਬੰਦਾ ਆ ਜਿਹਦੇ ਅਸੀਂ ਹੁਣ ਦੱਬ ਕੇ ਵਿਰੋਧ ਕਰ ਰਹੇ ਹਾਂ ਵੀ ਭਾਈ ਇਹਨਾਂ ਦੇ ਪੈਟਰੋਲ ਪੰਪ ਬੰਦ ਕਰ ਦਿਓ। ਤਾਂ ਇਸ ਕਰਕੇ ਇਹ ਨਹੀਂ ਕੁਝ ਕਰ ਸਕਦੇ। ਇਹਨਾਂ ਨੂੰ ਕਹੋ ਟਰੈਕਟਰ ਰੈਲੀਆਂ ਕੱਢੋ ਤੇ ਨਜ਼ਾਰੇ ਲਾਓ, ਕਿਉਂਕਿ ਮੌਸਮ ਥੋੜਾ ਠੰਡਾ ਹੋ ਗਿਆ, ਅੱਸੂ ਦਾ ਮਹੀਨਾ ਅੱਧਾ ਲੰਘ ਗਿਆ, ਤਾਂ ਥੋੜੀ ਠੰਡ ਜੀ ਹੈਗੀ। ਹੁਣ ਧੁੱਪ ਵੀ ਜ਼ਿਆਦਾ ਨਹੀਂ ਲੱਗਦੀ, ਹੁਣ ਭਾਵੇਂ ਸਾਰਾ ਦਿਨ ਟਰੈਕਟਰ ਤੇ ਰਹਿਣੇ, ਹੁਣ ਨਹੀਂ ਕੋਈ ਪਰਵਾਹ ਹੈਗੀ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਦੇ ਕੁਝ ਦਿਨ ਪਹਿਲਾਂ ਜਿਹੜੀ ਇਹ ਕੰਪੇਨ ਚੱਲ ਰਹੀ ਸੀ ਕਿ ਗਾਇਕ ਜਿਹੜੇ ਆ ਉਹ ਕਿਤੇ ਨਾ ਕਿਤੇ ਧਰਨਿਆਂ ਦੇ ਵਿੱਚ ਪਹੁੰਚ ਗਿਆ ਤੇ ਰਾਗੀ ਜੱਥਿਆਂ ਦੇ ਉੱਤੇ ਉਂਗਲ ਉਠਾਈ ਜਾ ਰਹੀ ਸੀ ਕਿ ਰਾਗੀ ਜਿਹੜੇ ਆ ਜਾਂ ਗ੍ਰੰਥੀ ਆ, ਪ੍ਰਚਾਰਕ ਆ, ਉਹ ਧਰਨਿਆਂ ਤੇ ਕਿਉਂ ਨਹੀਂ ਆਏ। ਅੱਜ ਵੀਰ ਹੋਣੀ ਆਏ ਆ, ਇਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ। ਮੈਂ ਇਹਨਾਂ ਨਾਲ ਗੱਲ, ਭਾਜੀ ਗੱਲ ਇਹ ਆ ਕਿ ਤੁਸੀਂ ਰਾਗੀ ਜੱਥੇ ਜੇ ਤੰਤੀ ਸਾਜਾ, ਸਭ ਤੋਂ ਵੱਡੀ ਗੱਲ ਜਿਹੜੇ ਤੰਤੀ ਸਾਜਾ ਦੇ ਨਾਲ ਕੀਰਤਨ ਕਰਦੇ ਆ, ਭਾਈ ਮਰਦਾਨੇ ਦੀ ਵਿਰਾਸਤ ਨੂੰ ਜਿਹੜਾ ਉਹ ਸਾਂਭ ਕੇ ਰੱਖਿਆ ਹੋਇਆ ਹੈ। ਤੁਸੀਂ ਅੱਜ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ, ਪੰਜਾਬ ਦੇ ਹੱਕੀ ਮੰਗਾਂ ਦੀ ਜਿਹੜੀ ਗੱਲ ਕਰਦੇ ਹੋ, ਪਰ ਇਹ ਲੱਗਦਾ ਨਹੀਂ ਹੈ ਕਿ ਇਹ ਜਿਹੜੀ 84 ਵੇਲੇ 30-35 ਸਾਲ ਦੀਆਂ ਮੰਗਾਂ ਜਿਹੜੀਆਂ ਉਹੀ ਚੱਲੀਆਂ ਆ ਰਹੀਆਂ। ਗਾਇਕ ਤੁਹਾਡੇ ਤੇ ਉਂਗਲ ਉਠਾਉਂਦੇ ਆ ਕਿ ਰਾਗੀ ਜੱਥਿਆਂ ਵੱਲੋਂ ਜਿਹੜੇ ਆ ਉਹ ਧਰਨੇ ਵਿੱਚ ਸ਼ਮੂਲਤ ਨਹੀਂ ਕੀਤੀ ਜਾਂਦੀ, ਪਰ ਉਹਨਾਂ ਵੱਲੋਂ ਖੁੱਲ੍ਹ ਕੇ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੀ ਤੁਸੀਂ ਗੱਲ ਕੀਤੀ ਹੈ, ਅਨੰਦਪੁਰ ਸਾਹਿਬ ਦੇ ਮਤੇ ਤੇ ਜਿਹੜੇ ਆ ਗਾਇਕਾਂ, ਕਿਸਾਨਾਂ ਜਾਂ ਰਾਜਸੀ ਜਿਹੜੇ ਆਗੂ ਆ ਉਹਨਾਂ ਵੱਲੋਂ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ। ਵੀ ਜੀ ਦੇਖੋ, ਮੈਂ ਤਾਂ ਪਹਿਲਾਂ ਵੀ ਮੈਂ ਆਪਣੇ ਵੀਰਾਂ ਨੂੰ ਵੀ ਇਹ ਗੱਲ ਕਹਿਣਾ, ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਇੱਕ ਗੱਲ ਕਹਿਣਾ ਕਿ ਜਦੋਂ ਗੱਲ ਕਰਨੀ ਹੁੰਦੀ ਹੈ ਨਾ, ਉਦੋਂ ਵਿੱਚ ਵਿਚਾਲਾ ਨਹੀਂ, ਫਿਰ ਅੱਧ ਵਿਚਾਦਾ ਕੰਮ ਨਹੀਂ ਕਿ ਅੱਧਾ ਜਾ ਕਰ ਲਿਆ ਤੇ ਅੱਧਾ ਰਹਿਣ। ਤਾਂ ਸਾਡੇ ਪੰਜਾਬ ਦੀ ਇੱਕ ਕਹਾਵਤ ਹੈਗੀ ਆ ਕਿ ਮਤਲਬ ਮੰਗ ਵੀ ਮੰਗੀ ਤੇ ਰਹੀ ਵੀ ਨੰਗੀ। ਉਹਦਾ ਮਤਲਬ ਨਹੀਂ ਹੈਗਾ ਕਿ ਤੁਸੀਂ ਮੰਗ ਵੀ ਮੰਗ ਲਓ, ਅੱਧੇ ਕੁ ਤੁਸੀਂ ਨੰਗੇ ਤੁਰੇ ਫਿਰੋ, ਅੱਧੀ ਕੁ ਮੰਗ ਲਈ, ਅੱਧੀ। ਮੇਰਾ ਕਹਿਣ ਦਾ ਇਸ਼ਾਰਾ ਇਹ ਹੈਗਾ ਕਿ ਜੇ ਅਸੀਂ ਸੰਪੂਰਨ ਤੌਰ ਤੇ ਸਮਰਪਿਤ ਹਾਂ ਅੰਦਰੋਂ ਬਾਹਰੋਂ ਪੰਜਾਬੀਅਤ ਦੇ ਨਾਂ ਤੇ, ਤਾਂ ਪੂਰਨ ਸਿੰਘ ਦਾ ਇੱਕ ਨਾਰਾ ਹੈਗਾ, ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਨਾਰਾ ਹੈਗਾ, ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। ਤੇ ਜੇ ਗੁਰਾਂ ਦੇ ਨਾਂ 'ਤੇ ਵਸਦਾ ਤੇ ਫਿਰ ਗੁਰੂ ਕੀ ਕਹਿ ਰਿਹਾ ਸਾਨੂੰ, ਉਹਦੇ ਵੱਲ ਚੱਲੀਏ ਅਸੀਂ। ਜੇ ਹੁਣ ਪੰਜਾਬੀ ਗਾਇਕ, ਮੈਨੂੰ ਪਤਾ ਕਮਿਊਨਿਸਟ ਕੁਝ ਵੀਰ ਹੈਗੇ ਆ ਜਿਹੜੇ ਲਗਾਤਾਰ ਪਿਛਲੇ 10 ਦਿਨ ਤੋਂ ਪੋਸਟਾਂ ਪਾ ਰਹੇ, ਹੁਣ ਕਿੱਧਰ ਗਏ ਰਾਗੀ, ਹੁਣ ਕਿੱਧਰ ਗਏ ਕੀਰਤਨੀਏ। ਤੇ ਮੈਂ ਉਹਨਾਂ ਵੀਰਾਂ ਨੂੰ ਇੱਕ ਜਵਾਬ ਦੇਣਾ ਚਾਹੁੰਦਾ ਵੀ ਤੁਹਾਡੇ ਕੋਲੋਂ ਸੁਣਿਆ ਨਹੀਂ ਜਾਣਾ। ਪੰਗਾ ਇਹ ਹੈ ਕਿ ਤੁਹਾਡੇ ਕੋਲੋਂ ਸੁਣਿਆ ਨਹੀਂ ਜਾਣਾ। ਹੁਣ ਜੇ ਅਸੀਂ ਸੱਚ ਬੋਲ ਗਏ, ਤੁਸੀਂ ਤਾਂ ਵੀ ਰੌਲਾ ਪਾਉਣਾ। ਹੁਣ ਮੈਂ ਇੱਕੋ ਹੀ ਤੁਹਾਨੂੰ ਇਸ਼ਾਰਾ ਕਰਾਂਗਾ, ਵੇਖੋ ਮੈਂ ਕਿਸਾਨ ਹਿੱਤ ਜਾ, ਮੈਂ ਕਿਸਾਨ ਦਾ ਪੁੱਤ ਹਾਂ, ਮੇਰੇ ਘਰੇ ਜ਼ਮੀਨ ਆ। ਕੱਲ੍ਹ ਹੀ ਅਜੇ ਮੈਂ ਬਾਟੇ ਰੱਖ ਕੇ ਆਇਆ, ਮੈਂ ਖੇਤ 'ਚ ਕੰਮ ਕਰਕੇ ਆਇਆ, ਮੈਂ ਆਰਗੈਨਿਕ ਖੇਤੀ। ਗੁਰਬਾਣੀ ਦੀ ਕਸਵੱਟੀ ਤੇ ਜਵਾਬ ਦੇਣਾ ਕੋਈ ਚਾਹੋਗੇ ਨਾ? ਜੀ, ਮੈਂ ਇਹ ਗੱਲ ਕਹਿਣਾ ਆ ਕਿ ਵੀ ਜੀ, ਜੇ ਅਸ਼ਲੀਲਤਾ ਫੈਲਾਉਣ ਤੋਂ ਬਾਅਦ ਅਸੀਂ ਜੱਟ ਦੀ ਕੁੜੀ ਇੱਦਾਂ ਦੀ ਆ, ਜੱਟ ਦੀਆਂ ਮੁਟਿਆਰਾਂ ਇੱਦਾਂ ਦੀਆਂ, ਟੋਟੇ ਕਹਿਣਾ,
ਉਹਨਾਂ ਨੂੰ ਮਸ਼ੂਕਾਂ ਕਹਿਣਾ। ਉਸ ਤੋਂ ਬਾਅਦ ਗਾਣਿਆਂ ਦੇ ਵਿੱਚ ਰੱਜ ਕੇ ਜੱਟ ਨੂੰ ਭੰਡਣਾ, ਫਿਰ ਜੱਟ ਗੋਲੀ ਚਲਾ ਦਿੰਦਾ, ਜੱਟ ਇਦਾਂ ਕਰ ਦਿੰਦਾ। ਵੀ ਜੀ ਮਸਲਾ ਇਹ ਹੈਗਾ ਵੀ ਪਹਿਲਾਂ ਅਸੀਂ ਇਖਲਾਕੀ ਤੌਰ ਤੇ ਪੰਜਾਬੀਅਤ ਨੂੰ ਇੰਨਾ ਮਰਜ ਕਰ ਚੁੱਕੇ ਆ ਅਸ਼ਲੀਲਤਾ ਦੇ ਵਿੱਚ। ਹੁਣ ਜਦੋਂ ਅਸੀਂ ਹੱਕ ਦਾ ਹਾ ਦਾ ਨਾਰਾ ਮਾਰਾਂਗੇ ਨਾ, ਤੇ ਸਾਡੇ ਤੇ ਪਹਿਲਾ ਸਵਾਲ ਇਹ ਖੜਾ ਹੋਣਾ ਵੀ ਭਾਈ ਸਰਕਾਰ ਨਾਲੋਂ ਜ਼ਿਆਦਾ ਨੁਕਸਾਨ ਤਾਂ ਤੁਸੀਂ ਗਾਣਿਆਂ 'ਚ ਕੀਤਾ। ਹੁਣ ਅਸੀਂ ਰਫਲਾ ਚੱਕ ਲਾਂਗੇ, ਉਹ ਕਰ ਦਾਂਗੇ, ਜੇ ਕਰ ਦਾਂਗੇ, ਤੇ ਹੁਣ ਰਫਲਾ ਚੁੱਕੇ ਜਾਣਗੇ ਜੀ। ਮੈਂ ਇੱਕੋ ਚੀਜ਼ ਕਹਿਣਾ ਵੀ ਆ ਸ਼ੰਭੂ ਮੋਰਚਾ ਲੱਗਾ ਹੋਇਆ, ਮੈਨੂੰ ਇੱਕ ਵੀ ਰਾਈਫਲ ਦਿਖਾ ਦਿਓ ਇੱਥੇ। ਜਿਹੜੇ ਗਾਇਕ ਸਭ ਤੋਂ ਵੱਧ ਰਾਈਫਲ ਦੇ ਗਾਣਾ ਗਾਉਂਦੇ ਆ, ਇੱਥੇ ਰਾਈਫਲ ਨਹੀਂ ਹੋਣੀ ਵੀਰੇ। ਮਸਲਾ ਹੈਗਾ ਤੁਸੀਂ ਸਾਹਿਤ ਕਿੰਨਾ ਪੜ੍ਹੇ ਆ। ਤੁਹਾਡਾ ਗੁਰੂ ਕਹਿੰਦਾ ਬਈਏ ਪੜ੍ਹਿਆ ਪਾਸ, ਗੁਰਬਾਣੀ ਕਹਿੰਦੀ ਬਈਏ ਪੜ੍ਹਿਆ ਪਾਸ, ਪੜ੍ਹਿਆਂ ਕੋਲ ਬਹਿਣਾ ਆ। ਅਕਲੀ ਪੜ੍ਹ ਕੇ ਬੁੱਝੀਏ ਅਕਲੀ ਪਾਈਏ ਮਾਨ। ਅਕਲ ਨਾਲ ਪੜ੍ਹਨਾ ਪੈਣਾ, ਅਕਲ ਨਾਲ ਬੁੱਝਣਾ ਪੈਣਾ, ਫਿਰ ਮਾਣ ਮਿਲਣਾ। ਤੋ ਇਸ ਕਰਕੇ ਠੀਕ ਹੈ ਗਾਇਕ ਵੀਰਾਂ ਦਾ ਅਸੀਂ ਇਸਤਕਬਾਲ ਕਰਦੇ ਹਾਂ, ਤੇ ਪਰ ਮੈਂ ਤੁਹਾਡੇ ਮੰਚ ਤੋਂ ਇੱਕ ਗੱਲ ਕਹਿਣਾ ਵੀ ਕੀ ਉਹ, ਮੇਰਾ ਸਵਾਲ ਹੈ, ਕੀ ਉਹ ਆਪਣੇ ਬੀਤ ਚੁੱਕੇ ਅਤੀਤ ਵਿੱਚ ਜੋ ਉਹਨਾਂ ਨੇ ਅਸ਼ਲੀਲਤਾ ਆਪਣੇ ਗਾਣਿਆਂ ਵਿੱਚ ਦਿੱਤੀ, ਕੀ ਉਹ ਇਸ ਮੰਚ ਤੋਂ ਉਹਦੀ ਮਾਫੀ ਮੰਗਦੇ ਆ ਕਿ ਅਸੀਂ ਪੰਜਾਬ ਦੀ ਧੀ ਵੱਡੇ ਤੌਰ ਤੇ ਜਵਾਨੀ ਆ ਪੰਜਾਬ ਦੀ ਉਹਨਾਂ ਦੇ ਕਹਿਣ ਦੇ ਉੱਤੇ ਮੋਰਚਿਆਂ ਦੇ ਵਿੱਚ ਪਹੁੰਚ ਰਹੀ ਹੈ। ਬਿਲਕੁਲ, ਮੈਂ ਕਹਿੰਦਾ ਵੇਖੋ ਕਿੱਡੀ ਵੱਡੀ ਗੱਲ ਆ। ਸਾਡੇ ਆਖੇ ਕੋਈ ਨਹੀਂ ਤੁਰਦਾ, ਇਹ ਮੰਨ ਕੇ ਚੱਲਦੇ ਹਾਂ ਅਸੀਂ, ਪਰ ਤੁਹਾਡੇ ਆਖੇ ਤੁਰਦਾ। ਹੁਣ ਤੁਸੀਂ ਵੇਖਣਾ ਉਹਨੂੰ ਲੈ ਕੇ ਕਿੱਧਰ ਜਾਣਾ। ਤੁਸੀਂ ਕਹਿੰਦੇ ਸਾਡੇ ਆਖੇ ਤੁਰਦੀ ਨਹੀਂ ਪੰਜਾਬ ਦੀ ਜਵਾਨੀ, ਕੀ ਪੰਜਾਬ ਦੇ ਜਿਹੜੇ ਆ ਧਾਰਮਿਕ ਆਗੂ ਜਾਂ ਪੰਜਾਬ ਦੀਆਂ ਜਿਹੜੇ ਆ ਰਾਗੀ ਗ੍ਰੰਥੀ ਪ੍ਰਚਾਰਕ, ਉਹ ਉਹਨਾਂ ਦੇ ਵਿੱਚ ਕੋਈ ਤਰੁੱਟੀ ਰਹਿ ਗਈ ਆ ਸਮਝਾਉਣ ਦੇ ਵਿੱਚ, ਲੋਕਾਂ ਨੂੰ ਜਵਾਨੀ ਨੂੰ ਸਮਝਾਉਣ ਦੇ ਵਿੱਚ ਕੋਈ ਉਹਨਾਂ ਦਾ ਕੋਈ ਤਰੁੱਟੀ ਰਹਿ ਗਈ ਹੋਵੇ ਜਿਹੜੀ ਉਹਨਾਂ ਦੇ ਅੱਖ ਨਹੀਂ ਲੱਗਦੀ ਜਵਾਨੀ? ਨਹੀਂ, ਤਰੁੱਟੀ ਨਹੀਂ, ਮੈਂ ਪਹਿਲਾਂ ਹੀ ਕਹਿ ਚੁੱਕਾ, ਮੈਂ ਰਿਪੀਟ ਕਰਨ ਲੱਗਾ, ਝੱਲਿਆ ਨਹੀਂ ਜਾਣਾ। ਹੁਣ ਮੈਂ ਛੋਟਾ ਜਿਹਾ ਹੀ ਸੱਚ ਬੋਲਣ ਲੱਗਾ ਕਿ ਕਿਸਾਨ ਇਹ ਐਕਸੈਪਟ ਕਰਦਾ ਆ ਕਿ ਜਿਹੜੇ ਮੱਝਾਂ ਨੂੰ ਆਕਸੀਟੋਸਨ ਦੇ ਟੀਕੇ ਲਾ ਕੇ ਅਸੀਂ ਦੁੱਧ ਵੇਚਦੇ ਹਾਂ, ਅਸੀਂ ਆਪਣੇ ਬੱਚਿਆਂ ਦੀਆਂ ਨਾੜਾਂ 'ਚ ਜ਼ਹਿਰ ਪਾਤਾ। ਕੀ ਕਿਸਾਨ ਮੰਨਦਾ ਹੈ ਕਿ ਐਡੀ ਜ਼ਹਿਰੀਲੀ ਬੋਤਲ ਅਸੀਂ ਇੱਕ ਟੈਂਕੀ ਦੇ ਵਿੱਚ ਖਾਲੀ ਕਰਕੇ ਝੋਨੇ ਦੇ ਉੱਤੇ ਸਪਰੇਅ ਕਰਦੇ ਹਾਂ, ਉਹੀ ਝੋਨਾ ਮੁੜ ਕੇ ਵਾਪਸ ਚੌਲਾਂ ਦੇ ਰੂਪ ਦੇ ਵਿੱਚ ਸਾਡੇ ਖਾਣੇ ਵਾਲੇ ਟੇਬਲ ਤੇ ਆਉਂਦਾ? ਕੀ ਮੰਨਦੇ ਆ? ਤੇ ਸੋ ਰਬਾਬੀ ਬੋਲੇ ਤਾਂ ਸੱਚ ਬੋਲਣਗੇ, ਕਿਉਂਕਿ ਸਾਡੇ ਕੋਲ ਵਿੱਚ ਵਿਚਾਲਾ ਨਹੀਂ ਹੈਗਾ। ਰਬਾਬੀ ਬੋਲਣਗੇ, ਸੱਚ ਬੋਲਣਗੇ, ਉਹ ਚੱਲਿਆ ਨਹੀਂ ਜਾਣਾ। ਇਸ ਕਰਕੇ ਜ਼ਿਆਦਾਤਰ ਭੀੜ ਉੱਧਰ ਆ ਜਿਹੜੀ ਸਿਰਫ ਉਲੱਥਾ ਪਲੱਥਾ ਜਿਹਾ ਚਾਹੁੰਦੀ ਹੈ ਕਿ ਮਤਲਬ ਢੱਕਿਆ ਜਾ ਰਵੇ ਕੰਮ, ਸੰਘਰਸ਼ ਜਿਹਾ ਵੀ ਤੁਰਦਾ ਰਵੇ। ਸੋ ਇਸ ਕਰਕੇ ਕਈ ਵਾਰੀ ਇਹ ਸੰਘਰਸ਼ਾਂ ਦੇ ਵਿੱਚੋਂ ਤਾਂ ਕੁਝ ਨਹੀਂ ਨਿਕਲਦਾ ਕਿਉਂਕਿ ਇਹ ਸੱਚ ਦੀ ਆੜ ਤੇ ਨਹੀਂ ਹੁੰਦੇ। ਤਾਂ ਮੈਂ ਐਕਸੈਪਟ ਕਰਦਾ ਜੇ ਦੀਪ ਸਿੱਧੂ ਵਰਗੇ ਵੀਰ ਚੱਲੇ ਆ, ਮੈਂ ਮਾਣ ਕਰਦਾ, ਆਸ ਕਰਦਾ ਕਿ ਜਿੱਦਾਂ ਵੀਰ ਨੇ ਆਵਾਜ਼ਾਂ ਬੁਲੰਦ ਕੀਤਾ ਨਾ। ਕੱਲ ਵੀ ਮੈਂ ਦੇਖਿਆ ਲਗਾਤਾਰ ਉਹਨਾਂ ਵੱਲੋਂ ਸੰਤ ਜਰਨੈਲ ਸਿੰਘ ਦੀ ਗੱਲ ਕੀਤੀ ਜਾਂਦੀ ਸਟੇਜਾਂ ਦੇ ਉੱਤੇ। ਕੱਲ ਉਹਨਾਂ ਨੇ ਰੋਡ ਤੇ ਖੜ੍ਹ ਕੇ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ। ਮੈਨੂੰ ਖੁਸ਼ੀ ਹੋਈ ਕਿ ਕਾਸ਼ ਕੋਈ ਇੱਕ ਸਾਨੂੰ ਚਿਹਰਾ ਇਦਾਂ ਦਾ ਮਿਲਿਆ ਜਿਹਦੇ ਜ਼ੁਬਾਨੋਂ ਅਨੰਦਪੁਰ ਦਾ ਮਤਾ ਨਿਕਲਿਆ। ਕੱਲ 100 ਮੁੰਡਾ ਉਹਨਾਂ ਦੇ ਮਤਲਬ ਗੱਲ ਪੈਣ ਤੱਕ ਜਾਂਦਾ ਸੀ ਕਿ ਅਸੀਂ ਦੀਪ ਸਿੱਧੂ ਦੀ ਗੱਲ ਨਹੀਂ ਮੰਨਣੀ, ਪਰ ਉਹਨੇ 3 ਸਵਾਲ ਕੀਤੇ। ਕੀ ਸੜਕ ਤੇ ਬੈਠਿਆਂ ਹੱਕ ਮਿਲ ਜਾਣਗੇ? ਕੀ 70 ਸਾਲ ਤੋਂ ਜਿਹੜੀਆਂ ਮੰਗਾਂ ਤੁਸੀਂ ਲੈ ਕੇ ਬੈਠੇ ਆ ਉਹ ਮਿਲ ਗਈਆਂ ਤੁਹਾਨੂੰ? ਕੀ ਬਰਗਾੜੀ ਦਾ ਮੋਰਚਾ ਹੱਲ ਕਰ ਲਿਆ ਸੀ? ਸੜਕਾਂ 'ਤੇ ਲੰਮੇ ਪੈ ਗਏ। ਤੇ ਜੇ ਅਸੀਂ ਨਹੀਂ ਹੱਲ ਕੀਤਾ ਤੇ ਇੱਥੇ ਕਿਉਂ ਲੰਮੇ ਪੈ ਗਏ ਅਸੀਂ? ਸਾਂਝਾ ਮੋਰਚਾ ਤੁਸੀਂ ਕੀ ਹੱਲ ਸਮਝਦੇ ਆ? ਸੜਕਾਂ ਦੇ ਉੱਤੇ ਬਹਿ ਕੇ ਹੱਲ ਨਹੀਂ ਹੋਣਾ, ਜੇ ਇੱਥੇ ਬਹਿ ਕੇ ਹੱਲ ਨਹੀਂ ਹੋਣਾ, ਹੱਲ ਕੀ ਇਹਦਾ? ਬਿਲਕੁਲ, ਬੜਾ ਕਮਾਲ ਦਾ ਸਵਾਲ ਹੈ। ਇਹਦਾ ਜਵਾਬ ਹੈਗਾ ਆ ਕਿ ਤੁਹਾਡੀ ਧਾਰਮਿਕ, ਰਾਜਨੀਤਿਕ, ਸਾਹਿਤਕ ਅਤੇ ਜਿੰਨਾ ਵੀ ਤੁਹਾਡਾ ਪੰਜਾਬ ਦਾ ਖੇਤਰ ਜਿਹੜਾ ਆਪਣੇ ਆਪ ਨੂੰ ਇੰਟੈਲੈਕਚੁਅਲ ਜਮਾਤ ਮੰਨਦਾ ਆ, ਉਹ ਇੱਕ ਮੰਚ ਤੇ ਇਕੱਠਾ ਹੋ ਕੇ ਜਦੋਂ ਇੱਕ ਸਾਂਝਾ ਪਲੇਟਫਾਰਮ ਤੇ ਇੱਕ ਪੂਰਾ ਉਹ ਖਾਕਾ ਤਿਆਰ ਕਰਨਗੇ ਕਿ ਅਸੀਂ ਸਰਕਾਰ ਨੂੰ ਕਿੱਦਾਂ ਘੇਰਨਾ, ਉਹ ਰਣਨੀਤੀ ਤਿਆਰ ਕਰਨਗੇ। ਉਹਦੇ ਵਿੱਚ ਕਿਰਤੀ ਵੀ ਦੱਸੂਗਾ ਕਿ ਮੈਨੂੰ ਕੀ ਮੁਸ਼ਕਲਾਤ ਆ ਰਹੀ ਆ, ਉਹ 'ਚ ਕਿਸਾਨ ਦੱਸੇਗਾ ਮੈਨੂੰ ਕੀ ਮੁਸ਼ਕਲਾਤ ਆ ਰਹੀ। ਉਹ ਜਦੋਂ ਸਾਰਾ ਇੱਕ ਤਿਆਰ ਕੀਤਾ ਜਾਏਗਾ ਨਾ, ਤਾਂ ਉਹ ਮੈਨੂੰ ਲੱਗਦਾ, ਮੈਂ ਆਸ ਕਰਦਾ ਵੀ ਆਹ ਜਿਹੜੀ ਸਟੇਜ ਮੇਰੇ ਮਗਰ ਆ, ਇਸ ਸਟੇਜ ਦੇ ਉੱਤੋਂ ਦੀਪ ਸਿੱਧੂ ਵਰਗੇ ਸੁਹਿਰਦ ਵੀਰ ਇੱਕ ਮੰਚ ਐਸਾ ਦੇਣਗੇ ਜਿਹਦੇ ਨਾਲ ਸਾਰੇ ਹੱਲ ਹੋਣੇ ਚਾਹੀਦੇ ਆ। ਉਹ ਹਾਲੇ ਇੱਕੋ ਤਰਜ਼ ਤੇ ਹੋਣੇ ਆ ਕਿ ਜਿੰਨੀ ਵੀ ਕਰੀਮ ਹੈਗੀ ਆ ਉਹ ਸਾਰੀ ਸਿਰ ਜੋੜ ਕੇ ਬਹਿ ਜਾਓ ਤੇ ਜਾਂ ਚਿੱਟਾ ਹੀ ਜਵਾਬ ਦੇ ਦਿਓ। 2 ਗੱਲਾਂ ਆ, ਜਾਂ ਤੇ ਸਾਰੇ ਸਿਰ ਜੋੜ ਕੇ ਬਹਿ ਜਾਓ ਜਾਂ ਚਿੱਟਾ ਜਵਾਬ ਦੇ ਦਿਓ ਵੀ ਪੰਜਾਬ ਜਿਨ੍ਹਾਂ ਨੂੰ ਵੇਚਣਾ ਤੁਸੀਂ ਵੇਚ ਦਿਓ। ਤੁਹਾਡੇ ਵੱਲੋਂ ਦੀਪ ਸਿੱਧੂ ਨਾਲ ਗੱਲਬਾਤ ਕਰਕੇ ਕੋਈ ਹੋਰ ਜਥੇਬੰਦੀਆਂ ਨਾਲ ਕੰਟੈਕਟ ਕੀਤਾ ਜਾਵੇਗਾ, ਇਸ ਮਸਲੇ ਦੇ ਉੱਤੇ ਇਕੱਠੀਆਂ ਕੀਤੀਆਂ ਜਾਣਗੀਆਂ? ਜੀ ਬਿਲਕੁਲ ਜੀ, ਮੈਂ ਅੱਜ ਸਪੈਸ਼ਲੀ ਇਸੇ ਕਰਕੇ ਕੀਰਤਨ ਕਰਕੇ ਤੇ ਮੈਂ ਜੋ ਸਪੀਚ ਦੇਣੀ ਹੈ ਉਹ ਇਸੇ ਦੇ ਆਧਾਰਿਤ ਹੋਣੀ ਹੈ ਕਿ ਅਸੀਂ ਅੱਗੇ ਕੀ ਕਰਨਾ ਹੈ ਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਜੋ ਅਪਡੇਟ ਹੋਏਗੀ ਸਾਨੂੰ ਕੀ ਜਵਾਬ ਦਿੰਦੇ ਆ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ। ਠੀਕ ਹੈ, ਧੰਨਵਾਦ। ਤੋ ਇਹ ਸੀ ਰਾਗੀ ਜਥੇ ਜਿਹੜੇ ਅੱਜ ਇੱਥੇ ਧਰਨੇ ਦੇ ਵਿੱਚ ਪਹੁੰਚੇ, ਲਗਾਤਾਰ
ਪਿਛਲੇ ਦਿਨਾਂ ਤੋਂ ਜਿਹੜੀ ਉਂਗਲ ਉਠਾਈ ਜਾ ਰਹੀ ਸੀ ਕਿ ਧਾਰਮਿਕ ਆਗੂ ਕਿਉਂ ਨਹੀਂ ਇੱਥੇ ਪਹੁੰਚੇ। ਅਸੀਂ ਉਹ ਹੋਰ ਧਾਰਮਿਕ ਆਗੂ ਜਿਹੜੇ ਉਹਨਾਂ ਨਾਲ ਵੀ ਤੁਹਾਡੀ ਜ਼ਰੂਰ ਗੱਲਬਾਤ ਕਰਾਵਾਂਗੇ ਜੇ ਪਹੁੰਚਣਗੇ ਇੱਥੇ। ਆਸ ਹੈ ਕਿ ਜ਼ਰੂਰ ਇੱਥੇ ਉਹ ਪਹੁੰਚਣਗੇ। ਤੋ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਆ। ਇਹ ਕਾਲੇ ਕੱਪੜੇ ਕਾਲੇ ਪੱਗਾਂ ਜਿਹੜੀਆਂ ਰੋਸ ਵਜੋਂ ਇਹ ਬੰਨ੍ਹ ਕੇ ਆਏ। ਅੱਜ ਇੱਥੇ ਤੰਤੀ ਸਾਜ਼ਾਂ ਨਾਲ ਜਿਹੜਾ ਉਹ ਕੀਰਤਨ ਕੀਤਾ ਜਾਵੇਗਾ, ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਜਾਵੇਗੀ, ਖੇਤੀ ਦੀ ਗੱਲ ਕੀਤੀ ਜਾਵੇਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੇਖਣਾ ਹੋਏਗਾ ਕਿ ਇਹ ਜਿਹੜਾ ਮੋਰਚਾ ਵਾ ਕਿੱਥੇ ਤੱਕ ਜਾਂਦਾ, ਅਗਲੀ ਰਣਨੀਤੀ ਕੀ ਹੋਏਗੀ। ਦੇਖਦੇ ਰਹੋ ਸੁਰਖਾਬ ਟੀਵੀ। ਅੰਤਰਪ੍ਰੀਤ ਸਿੰਘ ਖਹਿਰਾ ਦੇ ਨਾਲ ਸ਼ੰਭੂ ਬਾਰਡਰ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।